ਚਾਹੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਕਲੇਰ ਤੇ ਉਹਦੇ ਪਰਿਵਾਰ ਨੇ ਸਾਬਕਾ ਡੀਜੀਪੀ ਸਮੇਤ ਸਿੰਘ ਸੈਣੀ ਦਾ ਕੇਸ ਲੜਨ ਤੋਂ ਨਾ ਕਰ ਦਿੱਤੀ ਆ, ਪੰਥ ਕੋ ਨਾ ਮਾਫੀ ਵੀ ਮੰਗੀ ਆ, ਲੇਕਿਨ ਕੀ ਜਿਹੜੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਨੇ ਉਹ ਕੇਸ ਲੜ ਸਕਦੇ ਆ ਨੇ? ਉਹ ਪਰਿਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਸਿੱਧੇ ਤੌਰ ਤੇ ਅਟੈਚ ਆ ਔਰ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਵੀ ਆ। ਇਸ ਬਾਬਤ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਣਾ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਕਿਹੋ ਜਿਹੀ ਕੋਸ਼ਿਸ਼ ਸੀ ਕਿ ਸਮੇਤ ਸੈਣੀ ਨੂੰ ਬਚਾਉਣ ਵਾਸਤੇ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਆਏ। ਭਾਈ ਸਾਹਿਬ ਇਹ ਦੱਸੋ, ਅਖਲਾਕੀ ਤੌਰ ਤੇ ਜਿਹੜਾ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਨੇ, ਕੋਈ ਵੀ ਹੋਵੇ, ਚਾਹੇ ਸਤਨਾਮ ਸਿੰਘ ਕਲੇਰ ਚਾਹੇ ਕੋਈ ਹੋਰ ਵੀ ਹੋਵੇ, ਉਹ ਅਜਿਹੇ ਕੇਸ ਲੜ ਸਕਦਾ ਜਾਂ ਅਜਿਹੇ ਲੋਕਾਂ ਦੀ ਪੈਰਵਾਈ ਕਰ ਸਕਦਾ ਜਿਨ੍ਹਾਂ ਤੇ ਬਹੁਤ ਸਾਰੇ ਇਲਜ਼ਾਮ ਲੱਗੇ ਹੋਣ? ਜੀ ਦੇਖੋ, ਵਕੀਲ ਜਿਹੜਾ ਪੇਸ਼ਾ ਉਹਨੂੰ ਇਜਾਜ਼ਤ ਦਿੰਦਾ ਕਰਨ ਦੇ, ਲੇਕਿਨ ਜਿਹੜਾ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦਾ ਚੇਅਰਮੈਨ ਬਣ ਜਾਂਦਾ ਨਾ, ਉਹ ਬਣਦਾ ਹੀ ਇਸ ਕਰਕੇ ਆ ਕਿ ਮੈਂ ਹੁਣ ਇਸ ਕੰਮ ਲਈ ਆ। ਦੂਸਰਾ, ਉਹ ਉੱਥੇ ਜਾ ਕੇ ਕੰਮ ਕਰਦਾ ਹੈ ਜਿੱਥੇ ਗੁਰਦੁਆਰਾ ਕਮਿਸ਼ਨ ਨੂੰ ਜਾਂ ਉਹਨੂੰ ਵਕੀਲ ਨੂੰ ਅਪਰੋਚ ਹੁੰਦੀ ਆ ਪ੍ਰਧਾਨ ਵੱਲੋਂ ਜਾਂ ਅਕਾਲੀ ਦਲ ਵੱਲੋਂ। ਤੋ ਇਹ ਇੱਕ ਸ਼੍ਰੋਮਣੀ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਇੱਕ ਅਦਾਰਾ ਆ ਜਿਹੜਾ ਫੈਸਲੇ ਕਰਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਵੀ ਪ੍ਰੋਬਲਮ ਆਉਂਦੀਆਂ ਨੇ। ਤੇ ਇਹ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਜਿਹੜਾ ਖਾਸ ਬੰਦਾ ਹੁੰਦਾ ਹੈ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਜਾਂ ਅਕਾਲੀ ਦਲ ਦੇ ਪ੍ਰਧਾਨ ਦਾ, ਉਹਨੂੰ ਹੀ ਇਹ ਸੀਟ ਮਿਲਦੀ ਆ। ਉਹਦੀ ਉਹ ਆਗਿਆ 'ਚ ਹੁੰਦੇ ਨੇ, ਉਹਦੀ ਤਾਬਿਆ 'ਚ ਹੁੰਦੇ ਨੇ। ਇਹ ਸਤਨਾਮ ਸਿੰਘ ਕਲੇਰ ਜੋ ਮਰਜ਼ੀ ਕਹੇ, ਇਹਨੇ ਆਪਣੀ ਹਾਜ਼ਰੀ ਲਵਾਈ ਆ ਤੇ ਇਹ ਬੜਾ ਕਲੀਅਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਉਹਦੇ ਪੁੱਤਰ ਦੇ ਕਹਿਣ ਤੇ ਲਵਾਈ ਆ ਤੇ ਉਹਦੇ ਹੁਕਮ ਨਾਲ ਆਇਆ। ਤੇ ਉਹ ਕੜੀ ਨੂੰ ਤੁਸੀਂ ਜਦੋਂ ਪਹਿਲਾਂ ਦੇਖੋਗੇ ਤੇ ਇਹੀ ਉਹਨਾਂ ਭੁੱਲ ਬਖਸ਼ਾ ਲਈ ਆ। ਤੁਹਾਨੂੰ ਲੱਗਦਾ ਕਿ ਅਣਜਾਣੇ 'ਚ ਭੁੱਲ ਹੋਈ ਆ ਕਿ ਜਾਂ ਕੋਈ ਦਬਾਅ ਸੀ ਜਾਂ ਪ੍ਰੈਸ਼ਰ ਸੀ? ਮੈਂ ਕਿਹਾ ਭੁੱਲ 20 ਵਾਰੀ ਬਖਸ਼ਾ ਲੈਣ ਤੇ ਅਸੀਂ ਕਰ ਵੀ ਕੀ ਸਕਦੇ ਉਹਨਾਂ ਦਾ। ਭੁੱਲ ਤੇ ਬਾਦਲ ਸਾਹਿਬ ਨੇ ਬਖਸ਼ਾ ਲਈ, ਲੇਕਿਨ ਕਲੀਅਰ ਹੋ ਗਿਆ, ਕੜੀ ਨਾਲ ਕੜੀ ਜੁੜਦੀ ਆ ਰਹੀ ਆ। ਪ੍ਰਕਾਸ਼ ਸਿੰਘ ਬਾਦਲ ਕਦੋਂ ਤੋਂ ਇਹਦੀ ਇਸ ਜਰਨੈਲ ਦੀ ਪੁਸ਼ਤਪਨਾਹੀ ਕਰ ਰਿਹਾ, ਕਦੀ ਸੁਪਰੀਮ ਕੋਰਟ 'ਚ ਇਹਦੇ ਲਈ ਵਕੀਲ ਭੇਜ ਰਿਹਾ ਸਰਕਾਰੀ ਖਰਚੇ ਤੇ, ਕਦੀ ਉਹਨੂੰ ਜਰਨੈਲ ਬਣਾ ਰਿਹਾ, ਕਦੀ ਬਰਗਾੜੀ ਦੇ ਵਿੱਚ ਖੂਨ ਖਰਾਬਾ ਕਰਨ ਤੋਂ ਬਾਅਦ ਵੀ ਉਹਨੂੰ ਬਰਦਾਸ਼ਤ ਕਰ ਰਿਹਾ ਤੇ ਉਹ 'ਤੇ ਕੇਸ ਨਹੀਂ ਬਣ ਦੇ ਰਿਹਾ। ਉਹਦੇ ਨਾਲ ਜੁੜੇ ਹੋਏ ਪੁਲਿਸ ਅਫਸਰਾਂ 'ਤੇ ਕੇਸ ਨਹੀਂ ਬਣ ਦੇ ਰਿਹਾ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਲੀਰੋ ਲੀਰ ਕੀਤਾ, ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ, ਉਹਨਾਂ ਨੂੰ 3 ਸਾਲ ਇਹਨੇ ਸ਼ਰਨਦਾਤਾ ਉਹਨਾਂ ਦਾ ਬਣ ਕੇ ਪਾਲਿਆ। ਪਰ ਸਿੱਖਾਂ ਦੇ ਨਾਲ ਜਿਹੜਾ ਧਰੋਹ ਕੀਤਾ ਇਸ ਪ੍ਰਕਾਸ਼ ਸਿੰਘ ਬਾਦਲ ਨੀਲਾ ਬੁਰਕਾ ਪਾ ਕੇ, ਉਹ ਬੜਾ ਕਲੀਅਰ ਹੋ ਗਿਆ ਸਿੱਖਾਂ ਕੋਲ। ਅੱਜ ਸਵਾਲ ਇਹ ਨਹੀਂਗਾ ਕਿ ਸੈਣੀ ਨੂੰ ਸਜ਼ਾ ਮਿਲਦੀ ਆ ਕਿ ਨਹੀਂ ਮਿਲਦੀ। ਸਵਾਲ ਇਹ ਆ ਕਿ ਇਸ ਬੰਦੇ ਨੂੰ ਜਿਹਨੇ 50 ਬੰਦੇ ਤਰਸਾ ਕੇ ਮਾਰੇ ਤੇ ਮਾਰੇ ਨਿਰਦੋਸ਼ ਬੰਦੇ, ਜਿਹੜੇ ਅੱਜ ਜਿਹੜਾ ਇੱਕ IAS ਅਫਸਰ ਦਾ ਬੇਟਾ ਇਹਨੇ ਮਾਰਿਆ ਜਿਹਦਾ ਕੇਸ ਜਿਹਦੇ ਤੇ ਅੰਦਰ ਹੋਇਆ, ਇਹੋ ਜਿਹੇ 50 ਤੋਂ ਵੱਧ ਇਸ ਬੰਦੇ ਨੇ ਆਪ ਕਤਲ ਕੀਤੇ ਨੇ। ਤੇ ਇਹੋ ਜਿਹੇ ਬੰਦੇ ਨੂੰ ਪਨਾਹ ਦੇ ਕੇ ਉਹਨੂੰ DGP ਬਣਾਉਣਾ ਪੰਜਾਬ ਦਾ, ਇਹ ਸਾਡੇ ਬਾਦਲ ਦੇ ਹਿੱਸੇ ਆਇਆ। ਤੇ ਇਸ ਬਾਦਲ ਦਾ ਅੱਜ ਜ਼ਹੀਜ ਪਿਆਜ਼ ਸਾਰਾ ਨੰਗਾ ਹੋ ਗਿਆ। ਅੱਜ ਕੌਮ ਜਿਹੜੀ ਆ ਕੜੀ ਨਾ ਕੜੀ ਮਿਲਾ ਕੇ ਦੇਖ ਰਹੀ ਆ ਕਿ ਇੱਕ ਅਜ਼ਹਾਰ ਆਲਮ ਜਿਹੜਾ ਇੱਕ ਸਿੱਖ ਬੱਚੇ ਦੇ ਮੂੰਹ 'ਚ ਪਿਸਟਲ ਦੀ ਗੋਲੀ ਰੱਖ ਕੇ ਚਲਾਉਂਦਾ ਤੇ ਮਾਰਦਾ, ਨਕੋਦਰ 'ਚ 4 ਸਿੱਖ ਮਾਰਦਾ, ਉਹਨੂੰ ਇਹ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦਾ ਵਾਈਸ ਪ੍ਰਧਾਨ ਆ। ਉਹਦੀ ਵਾਈਫ ਜਿਹੜੀ ਆ ਬਾਦਲ ਦੀ ਮਿਨਿਸਟਰੀ 'ਚ ਕੈਬਨਿਟ ਮਿਨਿਸਟਰ, ਆਪ ਉਹਨੂੰ ਇਹਨੇ ਰਿਟਾਇਰਮੈਂਟ ਤੋਂ ਬਾਅਦ ਵੀ ਜਿਹੜਾ ਪਰਸਨਲ ਬੋਰਡ ਹੁੰਦਾ, ਪਰਸਨਲ ਆਪ ਬੋਰਡ ਜਿਹੜਾ ਮੁਸਲਮਾਨ ਭਰਾਵਾਂ ਦੇ ਨਾਲ ਸੰਬੰਧਿਤ ਹੁੰਦਾ, ਉਹਦਾ ਇਹ ਚੇਅਰਮੈਨ ਲਾਉਂਦਾ। ਤੋ ਇਹ ਲਗਾਤਾਰ ਜਿਹੜੇ ਪੁਲਿਸ ਅਫਸਰਾਂ ਦੇ ਖੂਨ ਨਾਲ ਹੱਥ ਲਿਬੜੇ ਨੇ, ਕਦੀ ਕਮੇਟੀ ਤੋਂ ਸਰੋਪਾ ਦਵਾ ਕੇ ਉਹਨੂੰ ਕਲੀਅਰ ਕਰਾਉਂਦਾ ਹੈ, ਕਦੀ ਇਹ ਵਕੀਲ ਭੇਜ ਕੇ ਉਹਦੀ ਪੁਸ਼ਤਪਨਾਹੀ ਕਰਾਉਂਦਾ। ਤੋ ਅੱਜ ਤੱਕ ਵੀ ਇਸ ਬੰਦੇ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਆਪਣੀਆਂ ਗਲਤੀਆਂ ਤੇ ਗੁਨਾਹਾਂ ਤੇ ਪਰਦਾ ਪਾਉਣ ਲਈ ਕੁਛ ਭੁੱਲ ਬਖਸ਼ਾਵਾਂ, ਬਲਕਿ ਇਹ ਅੱਜ ਤੱਕ ਵੀ ਨਿਰੰਤਰ ਸਿੱਖ ਕੌਮ ਦੀ ਪਿੱਠ ਛੁਰਾ ਮਾਰ ਰਿਹਾ। ਜਿਹੜੇ ਸਤਨਾਮ ਸਿੰਘ ਕਲੇਰ ਉਹਨਾਂ ਮਾਫੀ ਵੀ ਮੰਗੀ ਕਿ ਉਹ ਕਹਿ ਰਹੇ ਕਿ ਸਿੱਖ ਧਰਮ ਪਹਿਲਾਂ, ਭਾਈਚਾਰਾ ਪਹਿਲਾਂ, ਵਕਾਲਤ ਪੇਸ਼ਾ ਬਾਅਦ ਦੇ ਵਿੱਚ। ਤਾਂ ਲੱਗਦਾ ਕਿ ਪਹਿਲਾਂ ਵੀ ਉਹਨਾਂ ਨੇ ਪ੍ਰੈਸ਼ਰ ਹੇਠ ਕੰਮ ਕੀਤਾ ਤੇ ਜੇ ਮਾਫੀ ਮੰਗੀ ਉਹ ਵੀ ਦਬਾਅ ਹੇਠ ਮੰਗੀ। ਇਹ ਕਿਹੜਾ ਭਾਈਚਾਰਾ ਜਿਹਦੀ ਉਹ ਪੁਸ਼ਤਪਨਾਹੀ ਕਰਨ ਆਏ ਨੇ ਇੱਥੇ? ਇਹ ਭਾਈਚਾਰਾ ਉਹਨਾਂ ਦਾ ਜਿਹੜਾ ਸਮੇਤ ਸੈਣੀ ਨਾਲ ਆ, ਇਹ ਕਿਹੋ ਜਿਹਾ ਭਾਈਚਾਰਾ? ਇੱਕ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਨੇ ਕਿਸੇ ਸਿੱਖ ਦੇ ਉੱਤੇ ਬਿਪਤਾ ਬਣੀ ਹੋਵੇ, ਉਹ ਜੇਲ੍ਹ 'ਚ ਹੋਵੇ, ਉਹਦੇ ਪਿੱਛੇ ਜਾਂਦੇ ਚੰਗੇ ਲੱਗਦੇ, ਉਹ ਭਾਈਚਾਰਾ। ਜੇ ਕੋਈ ਕਿਸੇ ਸਿੱਖ ਕੌਮ ਦੇ ਕੋਈ ਹੋਰ ਮਸਲੇ ਲਈ ਅਦਾਲਤ ਦੇ ਵਿੱਚ
ਆਪ ਆਪਣੇ ਪਰਸਨਲ ਤੌਰ ਤੇ ਪੇਸ਼ ਹੁੰਦੇ ਨੇ ਤਾਂ ਇਹਨਾਂ ਦੀ ਅਸੀਂ ਵੈਲਕਮ ਕਰਾਂਗੇ, ਇੱਜ਼ਤ ਕਰਾਂਗੇ। ਜਿਹੜਾ ਬੰਦੇ ਦੇ ਖੂਨ ਨਾਲ ਹੱਥ ਲਿਬੜੇ ਨੇ, ਮਾਸੂਮ ਬੱਚੇ ਜਿਨ੍ਹਾਂ ਨੇ ਮਾਰੇ ਨੇ, ਪਰਿਵਾਰ ਸਾੜੇ ਨੇ, ਬੱਚਿਆਂ ਨੂੰ ਸਾੜਿਆ, ਜਿਉਂਦਿਆਂ ਨੂੰ ਸਾੜਿਆ, ਉਸ ਬੰਦੇ ਦੀ ਤੁਸੀਂ ਪੈਰਵਾਈ ਕਰਨ ਆਓ ਤੇ ਕਹੋ ਭਾਈਚਾਰਾ। ਇਹ ਭਾਈਚਾਰੇ ਦੀ ਸਾਨੂੰ ਸਮਝ ਨਹੀਂ ਆਈ। ਇਹ ਵਕੀਲ ਹੋ ਕੇ ਇਹੋ ਜੀ ਗੱਲ ਕਰੇ, ਇਹ ਪੇਸ਼ੇਵਰ ਹੋਵੇ ਤੇ ਇਹ ਪੇਸ਼ੇ ਵਜੋਂ ਉਹਦੀ ਵਕਾਲਤ ਕਰ ਸਕਦਾ, ਅਸੀਂ ਇਹ ਮਨਾ ਨਹੀਂ ਕਰ ਸਕਦੇ। ਲੇਕਿਨ ਜੇ ਇਹ ਚੰਗੇ ਵਕੀਲ ਜਦੋਂ ਇਹੋ ਜੀ ਕੰਮ ਕਰਦੇ ਨੇ ਤੇ ਉਹ ਆਪਣੀ ਪਹਿਲੀ ਪੋਸਟ ਤੋਂ ਰਿਜ਼ਾਈਨ ਕਰਕੇ, ਜਿਸ ਤਰ੍ਹਾਂ ਇਹਦੇ ਕੋਲ ਸੀਗੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਚੇਅਰਮੈਨੀ ਸੀ, ਇਹ ਜੀ ਸਦਕੇ ਆਵੇ, ਉਹਦੀ ਵਕਾਲਤ ਕਰੇ, ਇਹਦਾ ਪੇਸ਼ਾ, ਪਰ ਉੱਥੋਂ ਰਿਜ਼ਾਈਨ ਕਰਕੇ ਆਵੇ, ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਤੋਂ ਰਿਜ਼ਾਈਨ ਕਰਕੇ ਆਵੇ। ਅਕਾਲੀ ਦਲ ਦਾ ਸਪੋਕਸਮੈਨ ਬਣਿਆ ਹੋਵੇ ਦਾ ਪੁੱਤਰ ਪੀਟੀਸੀ ਤੇ ਉਹ ਡਿਬੇਟ 'ਚ ਕੰਮ ਕਰੇ, ਬਹਿਸ ਕਰੇ, ਤੇ ਉਹ ਅੱਜ ਆ ਕੇ ਤੇਰੇ ਨਾਲ ਖੜਾ ਹੋਵੇ, ਤੇ ਇਹ ਭਾਈਚਾਰਾ ਨਹੀਂ, ਇਹ ਕੌਮ ਨਾਲ ਗਦਾਰੀ ਹੈ। ਇਹ ਕੌਮ ਇਹਨੂੰ ਕਦੀ ਭੁੱਲ ਨਹੀਂ ਸਕਦੀ। ਕਿ ਜਿਸ ਦਿਨ ਇਹ ਜਿਹੜੀ ਮਾਫੀ ਮੰਗੀ ਹੈਗੀ ਆ, ਇਸ ਕਰਕੇ ਮਾਫੀ ਮੰਗੀ ਹੈਗੀ ਹੈ ਕਿ ਸ਼ਾਇਦ ਮੇਰੀ ਉੱਥੇ ਕੁਰਸੀ ਨਾ ਚਲੀ ਜਾਵੇ, ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨੋਟਿਸ ਲੈ ਲੈਣਾ ਚਾਹੀਦਾ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਫਰਜ਼ ਨਿਭਾ ਲੈਣਾ ਚਾਹੀਦਾ ਜੀ। ਦੇਖੋ, ਅਕਾਲ ਤਖਤ ਦਾ ਜਥੇਦਾਰ ਇੰਨੀ ਜੋਗਾ ਹੁੰਦਾ ਤੇ ਸਾਡੇ ਤੇ ਸਾਨੂੰ ਇਹ ਅਸੀਂ ਅੱਖਾਂ ਸਾਡੀਆਂ ਇਹ ਨਹੀਂ ਦੇਖ ਸਕਦੀਆਂ, ਸਾਰਾ ਕੁਝ ਕੰਨ ਨਹੀਂ ਸੀ ਸੁਣ ਸਕਦੇ। ਅਕਾਲ ਤਖਤ, ਅਕਾਲੀ ਦਲ ਪ੍ਰਬੰਧਕ ਕਮੇਟੀ, ਇਹਨੂੰ ਤੁਸੀਂ ਮਨਫੀ ਕਰਕੇ ਗੱਲ ਕਰੋ ਜੋ ਕੁਝ ਸਾਡੇ ਨਾਲ ਅੱਜ ਹੋ ਰਿਹਾ। ਮੈਂ ਮਹਿਸੂਸ ਕਰਦਾ ਕਿ ਇਹ ਅਸੀਂ ਜਿਹੜੀ ਵੀ ਗੱਲ ਕਰੀਏ ਨਾ, ਉਹ ਇਹ ਸੋਚ ਕੇ ਕਰੀਏ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਲੌਕ ਕੀਤਾ ਹੋਇਆ ਸਾਰਾ ਕੁਝ, ਉਹ ਆਪਣੀ ਮੁੱਠੀ 'ਚ ਲਿਆ ਹੋਇਆ, ਉਹਦੇ ਵਿੱਚ ਅਕਾਲ ਤਖਤ, ਅਕਾਲੀ ਦਲ ਤੇ ਪ੍ਰਬੰਧਕ ਕਮੇਟੀ ਆ, ਉਹਨਾਂ ਨੂੰ ਹੱਥ 'ਚ ਰੱਖਣ ਕਰਕੇ ਹੀ ਅੱਜ ਕੌਮ ਜਿਹੜੀ ਬੇਬਸ ਹੋਈ ਪਈ ਆ। ਤੇ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਦਿਨ ਇਹ 'ਚ ਸਫਲ ਹੋ ਪਾਵੇ, ਕਿਉਂਕਿ ਕੌਮ ਜਾਗ ਚੁੱਕੀ ਹੈ। ਲੋਕ ਤੇ ਕਹਿ ਰਹੇ ਨੇ ਕਿ ਜਿਹੜੇ ਖਾਲਸਾ ਸਾਹਿਬ ਦੇ ਜਥੇਦਾਰ ਨੇ ਬਹੁਤ ਪੜ੍ਹੇ ਲਿਖੇ ਨੇ, ਬਹੁਤ ਸੂਝ-ਬੂਝ ਰੱਖਣ ਵਾਲੇ ਨੇ। ਇਹਨਾਂ ਨੇ ਇਹ ਜਿਹੜਾ ਜਥੇਦਾਰ ਆ, ਮੈਨੂੰ ਪਤਾ ਲੱਗਾ ਇਹਨੇ PhD ਕੀਤੀ ਆ, ਪਰ PhD ਇਹਨੇ ਕੀਤੀ ਜੀ ਹਜ਼ੂਰੀ ਦੀ, ਵੀ ਇਹਨੇ ਆਪਣੀ ਕੁਰਸੀ ਕਿਵੇਂ ਬਚਾਉਣੀ ਆ, ਇਹ ਲੋਲੋ ਪੋਪ ਕਿਵੇਂ ਦੇਣੇ ਆ ਸਿੱਖਾਂ ਨੂੰ, ਕਿਵੇਂ ਬਚਾਉਣਾ। ਨਹੀਂ ਤੇ ਇਹ ਦੱਸੇ ਜਦੋਂ ਦਾ ਇਹ ਜਥੇਦਾਰ ਬਣਿਆ ਨੇ ਕਿਹੜਾ ਮਸਲਾ ਅਕਾਲ ਤਖਤ ਤੇ ਆਇਆ ਜਿਹੜਾ ਇਹਨੇ ਸਿਰੇ ਚਾੜਿਆ, ਜਿਹਨੂੰ ਇਹਨੇ ਅੰਜਾਮ ਦਿੱਤਾ। ਇੱਕ ਆਰਡਰ ਆਉਂਦਾ ਇੱਕ ਪ੍ਰਬੰਧਕ ਕਮੇਟੀ ਦੇ ਮੈਂਬਰ ਨੂੰ ਕਿ ਅਰੇਂਜ ਕਰੋ, ਫਲਾਂ ਪੁਲਿਸ ਅਫਸਰ ਆ ਰਿਹਾ ਤੇ ਉਹਨੂੰ ਸਰੋਪਾ ਦੇਣਾ ਤੁਸੀਂ। ਉਹ ਅਰੇਂਜ ਹੁੰਦਾ, ਉਹਨੂੰ ਗੁਰੂ ਘਰ ਦੇ ਵਿੱਚ ਸਰੋਪਾ ਦਿੱਤਾ ਜਾਂਦਾ। ਇਹ ਕਿੱਥੇ ਸੁੱਤਾ ਪਿਆ ਜਥੇਦਾਰ? ਤੇ ਜਦੋਂ ਪਤਾ ਲੱਗ ਗਿਆ ਉਦੋਂ ਬਾਅਦ ਕੀ ਕੀਤਾ ਇਹਨੇ? ਤੋ ਇਹ ਜਰਨਲ ਡਾਇਰ ਦੀ ਤਰ੍ਹਾਂ ਅੱਜ ਵੀ ਜਿਹੜਾ ਅਕਾਲ ਤਖਤ ਆ ਉਹਨੂੰ ਉਹਦਾ ਮਿਸਯੂਜ਼ ਹੋ ਰਿਹਾ ਤੇ ਕਰ ਰਿਹਾ ਇੱਕੋ ਹੀ ਘਰਾਣਾ ਜਿਹੜਾ ਉਸ ਟਾਈਮ ਤੇ ਕਾਬਲ ਸੀ, ਉਹੀ ਅੱਜ ਆ। ਜਿਹੜੇ ਕਲੇਰ ਪਰਿਵਾਰ ਆ ਮਾਫੀ ਮੰਗ ਚੁੱਕਾ ਹੈਗਾ, ਪਰ ਤੁਹਾਨੂੰ ਲੱਗਦਾ ਹੈਗਾ ਕਿ ਇਹ ਅਕਾਲੀ ਦਲ ਦੇ ਨਾਲ ਹੀ ਪੱਕੇ ਜੁੜੇ ਹੋਏ ਨੇ? ਕਿਉਂਕਿ ਹੁਣ ਲੋਕ ਗੱਲਾਂ ਕਰਦੇ ਨੇ ਕਿ ਇਹਨਾਂ ਪਲ ਪਲ ਤੇ ਬਾਦਲ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜੀ। ਇਹ ਉਹਨਾਂ ਦੇ ਨੇ ਤੇ ਉਹਨਾਂ ਦੇ ਰਹਿਣਗੇ। ਇਹ ਸਿਰਫ ਆਪਣੀ ਖੱਲ ਬਚਾਉਣ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਦੇ ਨੇ, ਕਰੀ ਜਾਂਦੇ ਨੇ। ਹੁਣ ਮਾਫੀ ਤੇ ਸੁੱਚਾ ਲੰਘਾ ਵੀ ਮੰਗੀ ਜਾ ਰਿਹਾ, ਮਾਫੀ ਤੇ ਬਾਦਲ ਨੇ ਵੀ ਮੰਗੀ ਆ। ਆਪੇ ਆਪਣੀ ਅਰਦਾਸ ਜੀ ਲਿਖ ਕੇ ਭਾਈ ਨੂੰ ਦੇਤੀ, ਉਹਨੇ ਪੜ੍ਹਤੀ ਤੇ ਜੁੱਤੀਆਂ ਸਾਫ਼ ਕਰਕੇ ਘਰ ਨੂੰ ਆ ਗਿਆ। ਪਰ ਇਹ ਮਰਿਆਦਾ ਗੁਰੂ ਘਰ ਦੀ ਨਹੀਂ, ਇਹ ਬਾਦਲ ਦੇ ਦਰ ਦੀ ਆ। ਬਾਦਲ ਦੇ ਨਾਲ ਹੀ ਇਹ ਖਤਮ ਹੋ ਜਾਣੀ ਆ। ਬਾਦਲ ਪਰਿਵਾਰ ਜਿਹੜਾ ਇੱਕ ਪੰਥਕ ਪ੍ਰਣਾਲੀ ਨੂੰ ਨਸ਼ਟ ਨਹੀਂ ਕਰ ਸਕਦਾ। 240 ਲੱਖ ਸਾਲ ਮਿਹਨਤ ਤੇ ਕੁਰਬਾਨੀਆਂ ਕਰਕੇ ਗੁਰੂ ਪਰਿਵਾਰਾਂ ਨੇ ਇਹ ਸਾਨੂੰ ਸਿਧਾਂਤ ਦਿੱਤੇ ਨੇ। ਇਹ ਸਿਧਾਂਤ ਬਾਦਲ ਪਰਿਵਾਰ ਆਪਣੀ ਰਾਜ ਭਾਗ ਦੇ ਨਸ਼ੇ ਦੇ ਵਿੱਚ ਚੂਰ ਨਹੀਂ ਕਰ ਸਕਦਾ। ਇਹ ਆਪ ਚੂਰ ਹੋਊਗਾ, ਇਹ ਆਪ ਤਬਾਹ ਹੋਊਗਾ, ਖਸਮ ਹੋਊਗਾ। ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਅਕਾਲੀ ਬਾਗ ਜਿਹੜਾ ਪ੍ਰਫੁੱਲਤ ਹੋਊਗਾ। ਥੋੜਾ ਸਮੇਂ ਦੀ ਵੇਟ ਕਰੋ। ਕਿ ਇਹ ਜਿਹੜਾ ਬਹੁਤ ਸੋਚਿਆ ਸਮਝਿਆ ਫੈਸਲਾ ਸੀ ਕਿ ਜਿਹੜਾ ਜੁਡੀਸ਼ੀਅਲ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ, ਉਹਨਾਂ ਨੂੰ ਇਸ ਮਸਲੇ ਦੇ ਵਿੱਚ ਆਉਣ ਦੀ ਲੋੜ ਨਹੀਂ। ਉਹਨਾਂ ਨੂੰ ਤਾਂ ਹੋਰ ਬਹੁਤ ਪ੍ਰਬੰਧ ਕਰਨ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਪ੍ਰੈਸ਼ਰ ਹੋਊਗਾ ਜੇ ਕਿਸੇ ਨੇ ਦਬਾਅ ਪਾਇਆ ਹੈਗਾ ਕਿ ਜਾ ਕੇ ਸੁਮੀਤ ਸੈਣੀ ਦਾ ਕੇਸ ਲੜੋ ਜੀ। ਦੇਖੋ, ਇੱਕ ਜਿਹੜਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਉਹ ਬਣਦਾ ਹੀ ਉਹ ਆ ਜਿਹੜਾ ਜੀ ਹਜ਼ੂਰੀਆ ਹੁੰਦਾ ਹੈ, ਜਿੰਨੇ ਯੈਸ ਮੈਨ, ਜਿੰਨੇ ਕੋਈ ਵੀ ਕੇਸ ਜਿਹੜਾ ਜੁਡੀਸ਼ੀਅਲ ਕਮਿਸ਼ਨ 'ਚ ਆਵੇ ਉਹ ਪ੍ਰਬੰਧਕ ਕਮੇਟੀ ਦੇ ਹੱਕ 'ਚ ਕਰਨਾ ਹੁੰਦਾ ਹੈ। ਤੇ ਇਹਦੇ ਬਾਅਦ ਕੋਈ ਮੁਲਾਜ਼ਮ ਹੋਵੇ, ਕੋਈ ਜ਼ਮੀਨ ਦਾ ਝਗੜਾ ਹੋਵੇ ਤੇ ਉਹ ਫਿਰ ਲੋਕ ਜਿਹੜੇ ਨੇ ਉਹ ਸੁਪਰੀਮ ਕੋਰਟ ਜਾਂਦੇ ਨੇ ਜਾਂ ਹਾਈ ਕੋਰਟ ਜਾਂਦੇ ਨੇ। ਤੇ ਇਹ ਜਿਹੜਾ ਜੁਡੀਸ਼ੀਅਲ ਕਮਿਸ਼ਨ ਆ, ਇਹ ਜੁਡੀਸ਼ੀਅਲ ਕਮਿਸ਼ਨ ਉਹੀ ਬਣਦਾ ਜਿਹੜਾ ਚਿਮਚਾ ਹੋਵੇ ਜਾਂ ਪਿਛਲੱਗ ਹੋਵੇ ਜਾਂ ਇਹਦੇ ਪੌਕਟ ਦੇ ਵਿੱਚ ਹੋਵੇ, ਜਿਹੜਾ ਪ੍ਰਬੰਧਕ ਕਮੇਟੀ ਦੇ ਸੰਚਾਲਕ ਨੇ ਉਹਨਾਂ ਦੀ। ਅਕਾਲੀ ਦਲ ਲਾਉਂਦਾ ਚੇਅਰਮੈਨ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਉਂਦੀ ਕਿ ਜਾਂ ਪੰਜਾਬ ਸਰਕਾਰ ਦਾ ਵੀ ਕੋਈ ਰੋਲ ਹੈ, ਜਾਂ ਜਿਹੜਾ 1925 ਜਿਹੜਾ ਐਕਟ ਹੈਗਾ ਉਹਦੇ ਮੁਤਾਬਕ ਲੱਗਦਾ? ਅਸਲ 'ਚ ਐਕਟ ਦੇ ਵਿੱਚ ਇੱਕ ਸੰਸਥਾ ਆ ਜਿਹੜੀ ਸੰਸਥਾ ਦਾ
ਅੱਧੀ ਤਨਖਾਹ ਗਵਰਨਮੈਂਟ ਵੱਲੋਂ ਦਿੱਤੀ ਜਾਂਦੀ, ਅੱਧੀ ਤਨਖਾਹ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾਂਦੀ, ਤੇ ਪ੍ਰਬੰਧਕ ਕਮੇਟੀ ਹੀ ਇਹ ਰეკਮੈਂਡ ਕਰਦੀ ਆ ਨਾਂ ਜਿਹੜੇ ਆ। ਪਰ ਇਹ ਪਹਿਲੀ ਵਾਰੀ ਆਇਆ ਕਿ ਇਹ ਜਿਹੜਾ ਚੇਅਰਮੈਨ ਆ ਉਹ ਵੀ ਤੇ ਉਹਦੇ ਨਾਲ ਦੇ ਦੂਸਰੇ ਜੱਜ ਵੀ ਜਿਹੜੇ ਪਤਤ ਹੋਣ, ਜਿਹੜੇ ਦਾੜੀ ਕਾਲੀ ਕਰਦੇ ਹੋਣ, ਕੱਟਦੇ ਹੋਣ, ਪਰ ਇੱਕ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਜਿਹੜੀ ਸੰਸਥਾ ਸਿੱਖਾਂ ਦੇ ਨਾਲ ਜੁੜੀ ਹੋਈ ਆ ਉਹਦੇ ਉਹ ਚੇਅਰਮੈਨ ਬਣ ਕੇ ਬੈਠੇ ਹੋਣ। ਇਹ ਪਹਿਲੀ ਵਾਰ ਅਸੀਂ ਦੇਖਣ 'ਚ ਆਇਆ, ਤੇ ਇਹ ਉਹੀ ਬਣਦੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਨ੍ਹਾਂ ਦਾ ਕਬਜ਼ਾ ਹੈ ਤੇ ਸੰਸਥਾ ਤੇ ਉਹ ਜਿਨ੍ਹਾਂ ਦਾ ਨਾਂ ਰਿਕਮੈਂਡ ਕਰਦੇ ਨੇ ਉਹੀ ਬਣਦੇ ਨੇ, ਦੂਜਾ ਨਹੀਂ ਬਣ ਸਕਦਾ। ਕਮਿਸ਼ਨ 3 ਮੈਂਬਰੀ ਕਮਿਸ਼ਨ ਆ, ਉਹ ਜ਼ਰੂਰੀ ਹੈ ਕਿ ਪਤਿਤ ਸਿੱਖ ਨਾ ਹੋਣਾ ਜ਼ਰੂਰੀ ਹੈ? ਇਹ ਨਹੀਂ ਹੋਣੇ ਚਾਹੀਦੇ। ਦੇਖੋ ਤੁਹਾਡੇ ਸਾਹਮਣੇ ਇੱਕ ਇਲੈਕਸ਼ਨ ਕਮਿਸ਼ਨ ਆ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜੁਡੀਸ਼ੀਅਲ ਕਮਿਸ਼ਨ ਹੈ, ਇੱਕ ਇਲੈਕਸ਼ਨ ਕਮਿਸ਼ਨ ਹੈ। ਇਲੈਕਸ਼ਨ ਕਮਿਸ਼ਨ ਨਿਯੁਕਤ ਹੁੰਦਾ ਐਨ ਮੌਕੇ ਤੇ। ਜਦੋਂ ਇਲੈਕਸ਼ਨ ਕਮਿਸ਼ਨ ਜਿਹੜਾ ਆ ਉਹ ਹਿੰਦੂ ਲੱਗ ਗਿਆ, ਕੋਈ ਹਿੰਦੂ ਵੀਰ ਨੂੰ ਲਾਤਾ, ਤੇ ਇਹ ਅਕਾਲੀ ਕਿਤਨਾ ਰੌਲਾ ਪਾਇਆ ਇਹਨਾਂ ਨੇ, ਬਾਦਲ ਨੇ, ਮੱਕੜ ਨੇ, ਕਿ ਹਿੰਦੂ ਆ ਇਹ ਕਿਉਂ ਲੱਗ ਗਿਆ। ਹਾਲਾਂਕਿ ਉਹਨੇ ਇੱਕ ਅਰੇਂਜ ਦੇਖਣਾ ਹੁੰਦਾ, ਕੰਮਕਾਰ ਦੇਖਣਾ ਹੁੰਦਾ, ਇਲੈਕਸ਼ਨ ਕਰਾਉਣੀ ਹੁੰਦੀ, ਉਹਦਾ ਗੁਰੂ ਘਰ ਨਾਲ ਜਾਂ ਉਹਦੀ ਮਰਿਆਦਾ ਜਾਂ ਉਹਦਾ ਸਿਧਾਂਤ ਨਾਲ ਕੋਈ ਸੰਬੰਧ ਨਹੀਂ ਹੁੰਦਾ, ਤੇ ਉਹ ਜਿਹੜੇ ਨਿਯਮ ਲਿਖੇ ਹੁੰਦੇ ਨੇ ਉਹਨਾਂ ਦੇ ਆਧਾਰ ਤੇ ਉਹਨੇ ਚੱਲਣਾ ਹੁੰਦਾ। ਪਰ ਇਹਨਾਂ ਨੇ ਕਿੰਨਾ ਵਿਰੋਧ ਕੀਤਾ ਉਹਦਾ। ਇੱਕ ਇਲੈਕਸ਼ਨ ਕਮਿਸ਼ਨ ਨਹੀਂ ਲੱਗਣ ਦਿੱਤਾ, ਜੁਡੀਸ਼ੀਅਲ ਕਮਿਸ਼ਨ ਕਿਵੇਂ ਲੱਗ ਸਕਦਾ? ਤੋ ਇਹ ਜੇ ਇਹਨਾਂ ਨੂੰ ਚੰਗਾ ਲੱਗੇ ਤੇ ਲੱਗ ਸਕਦਾ, ਜੇ ਇਹਨਾਂ ਨੂੰ ਨਾ ਚੰਗਾ ਲੱਗੇ ਫਿਰ ਨਹੀਂ ਲੱਗ ਸਕਦਾ। ਜਿਹੜਾ ਤੁਹਾਨੂੰ ਲੱਗਦਾ ਕਿ ਜਿਹੜਾ ਮਸਲਾ ਵਾਰ-ਵਾਰ ਲੋਕ ਵੀ ਗੱਲਾਂ ਕਰ ਰਹੇ ਹੈਗੇ ਨੇ, ਜਾਂ ਦੂਜੇ ਦੀ ਗੱਲ ਕੀਤੀ ਜਾਵੇ, ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਵੱਲੋਂ ਵੀ ਆਈ ਆ, ਸੁਖਦੇਵ ਸਿੰਘ ਢੀਂਡਸਾ ਵੱਲੋਂ ਵੀ ਆਈ ਆ, ਕਿ ਪਹਿਲਾਂ ਤੇ ਇਹਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਸਮੇਤ ਸੈਣੀ ਨੂੰ, ਇਹ ਕੈਪਟਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ। ਦੂਜਾ ਸਤਨਾਮ ਸਿੰਘ ਕਲੇਰ ਨੂੰ ਉਸੇ ਵੇਲੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਜੀ। ਇੱਕ ਤਾਂ ਇਹ ਨਾ ਅਖਲਾਕ ਦੀਆਂ ਗੱਲਾਂ ਹੁੰਦੀਆਂ ਨੇ, ਤੇ ਜਿਨ੍ਹਾਂ ਦੇ ਕੋਲ ਪ੍ਰਮਾਤਮਾ ਨੇ ਦਰਗਾਹ 'ਚੋਂ ਅਖਲਾਕ ਦਿੱਤਾ ਹੋਵੇ ਉਹੀ ਇਹ ਕਦਰਾਂ ਕੀਮਤਾਂ ਨੂੰ ਨਿਭਾਉਂਦੇ ਨੇ। ਪਰ ਜਿਹੜੇ ਰੱਜ ਕੇ ਬਸ਼ਰਮ ਤੇ ਢੀਠ ਤੇ ਸਵਾਰਥੀ ਹੁਣ ਉਹਨਾਂ ਤੇ ਇਹ ਗੱਲਾਂ ਲਾਗੂ ਨਹੀਂ ਹੁੰਦੀਆਂ। ਜੇ ਮੈਂ ਜਿਹੜੀ ਸ਼ੁਰੂ ਤੋਂ ਮੈਨੂੰ ਤਕਲੀਫ ਹੈ ਜਾਂ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਉਹ ਇਹ ਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬੱਚਿਆਂ ਦੇ ਭੋਗਾਂ ਤੇ ਜਾ ਕੇ ਕਿਹਾ ਕਿ ਅਸੀਂ ਇਹਨਾਂ ਬੱਚਿਆਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਵਾਂਗੇ। ਲੇਕਿਨ ਸਜ਼ਾਵਾਂ ਦੇਣ ਦੀ ਬਜਾਏ ਜਿਹੜੇ ਬਦਨਾਮ ਹੋਏ ਲੋਕ, ਹੋਰ ਵੀ ਬਹੁਤ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਬੱਚੇ ਕਾਊਂਟਰ ਕੀਤੇ, ਮਾਰੇ, ਪਰ ਕਿਤੇ ਮੁਕਾਬਲਾ ਹੋਇਆ, ਮੁਕਾਬਲੇ 'ਚ ਮਰ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ। ਪਰ ਤੁਸੀਂ ਘਰਾਂ ਤੋਂ ਗਰੀਬ ਤੇ ਸ਼ਰੀਫ ਆਦਮੀ ਚੁੱਕ ਕੇ ਦਫਨ ਕਰ ਦਿਓ। ਇੱਕ ਬੁਲਾਰਾ ਪ੍ਰੋਫੈਸਰ ਬੁਲਾਰਾ ਸੀਗਾ ਜਿਹੜਾ ਯੂਨੀਵਰਸਿਟੀ ਦੇ ਵਿੱਚ, ਉਹਨੂੰ ਇਹਨੇ ਬਹੁਤ ਬੁਰੀ ਤਰ੍ਹਾਂ ਮਾਰਿਆ, ਇਹਨੇ ਸੈਣੀ ਨੇ। ਇੱਕ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਮਾਰਿਆ, ਇੱਕ ਪੂਰਾ ਪਰਿਵਾਰ ਇਹਨੇ ਅੱਗ ਲਾ ਕੇ ਸਾੜਿਆ। ਇਹ ਜਿਹੜੇ ਨਿਰਦੋਸ਼ ਬੱਚੇ ਤੇ ਨਿਰਦੋਸ਼ ਲੋਕ ਮਾਰੇ ਨੇ, ਉਹਨਾਂ ਦੀ ਲੋਕਾਂ ਨੂੰ ਇਹਦਾ ਗਿਲਾ ਆ ਕਿ ਇਸ ਪੁਲਿਸ ਅਫਸਰ ਨੇ ਬਹੁਤ ਜ਼ੁਲਮ ਕੀਤਾ। ਅਜ਼ਹਾਰ ਆਲਮ ਹੋਇਆ, ਇਹ ਹੋਇਆ, ਇਹਨਾਂ ਤੇ ਆਪਣੇ ਚੰਬਦੀਆਂ ਚਲਾਈਆਂ। ਪਰ ਉਹਨਾਂ ਨੂੰ ਸਿੱਖ ਲੀਡਰਸ਼ਿਪ ਜਿਹੜੀ ਆ ਸ਼ੈਲਟਰ ਦੇਵੇ, ਉਹਨਾਂ ਦੀ ਸ਼ਰਨਦਾਤਾ ਬਣੇ, ਇਹ ਜੱਗੋਂ 13ਵੀਂ ਗੱਲ ਹੈ, ਹਜਮ ਨਹੀਂ ਹੋ ਰਹੀ ਸਿੱਖਾਂ ਨੂੰ। ਇਹ ਉਦੋਂ ਤੋਂ ਹੀ ਅਸੀਂ ਵਿਰੋਧ ਕਰ ਰਹੇ ਆ, ਸਿੱਖ ਵਿਰੋਧ ਕਰਦੇ ਆ ਰਹੇ, ਜਦੋਂ ਇਹ ਡੀਜੀਪੀ ਬਣਾਇਆ। ਫਿਰ ਇਹਦੇ ਖਿਲਾਫ ਜਦੋਂ ਸੁਪਰੀਮ ਕੋਰਟ ਨੇ ਇਹਦੇ ਤੇ ਐਕਸ਼ਨ ਲੈਣ ਲਈ ਜਦੋਂ ਪੰਜਾਬ ਸਰਕਾਰ ਦਾ ਰੁਖ ਚਾਹਿਆ, ਤੇ ਪੰਜਾਬ ਸਰਕਾਰ ਨੇ ਆਪਣੀ ਜੇਬ ਚੋਂ ਪੈਸਾ ਦੇ ਕੇ ਇਹਦੇ ਖਿਲਾਫ ਰਾਮ ਜੇਠਮਲਾਨੀ ਦਾ ਸਹਾਰਾ ਲਿਆ, ਉਹਨੂੰ ਖੜਾ ਕਰਕੇ ਤੇ ਇਹਨੂੰ ਉੱਥੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਇਹ ਮੈਨੂੰ ਲੱਗਦਾ ਕਿ ਉਹੀ ਕੇਸ ਇਹਦੇ ਪਰਛਾਵੇਂ ਦੀ ਤਰ੍ਹਾਂ ਪਿੱਛਾ ਕਰਦੇ ਆ ਰਹੇ ਨੇ ਅਜੇ ਤੱਕ, ਜਿਨ੍ਹਾਂ ਨੇ ਆ ਕੇ ਇਹਨਾਂ ਨੂੰ ਫੜ ਲਿਆ। ਮੈਂ ਮਹਿਸੂਸ ਕਰਦਾ ਕਿ ਕੁਝ ਕਾਨੂੰਨੀ ਅੜਿੱਚੜਾਂ ਹੁੰਦੀਆਂ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਏਡੇ ਉੱਚੇ ਰੁਤਬੇ ਤੇ ਪਹੁੰਚ ਕੇ ਬੰਦਾ ਜਿਹੜਾ ਬਚ ਸਕਦਾ ਹੈ, ਪਰ ਥੋੜ੍ਹੀ ਦੇਰ ਲਈ। ਜੇ ਇਮਾਨਦਾਰ ਹੋਵੇ ਸਰਕਾਰ, ਅੱਜ ਦੀ ਸਰਕਾਰ ਇਮਾਨਦਾਰ ਹੋਵੇ, ਤੋ ਸਾਨੂੰ ਕੋਈ ਵੀ ਰਾਹ 'ਚ ਅੜਚਨ ਨਹੀਂ ਹੈਗੀ ਜਿਹੜੀ ਸਮੇਤ ਸੈਣੀ ਨੂੰ ਬਚਾ ਲੂਗੀ। ਜਿਹੜੀ ਦੂਸਰੇ ਇੱਕ ਤੁਸੀਂ ਅੱਜ ਦੇਖੋ, ਕੜੀ ਬਣਾ ਕੇ ਦੇਖ ਲਓ, ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਬਦਨਾਮ ਪੁਲਿਸ ਅਫਸਰ ਨੇ ਉਹਨਾਂ ਨੂੰ ਬੜੀਆਂ ਸੁੱਖ ਸਹੂਲਤਾਂ ਬਖਸ਼ੀਆਂ ਤੇ ਪਾਵਰ ਬਖਸ਼ੀ, ਤਾਂ ਉਹਨਾਂ ਨੇ ਹੋਰ ਜ਼ੁਲਮ ਕੀਤੇ। ਜਿਹੜੇ ਜ਼ੁਲਮ ਕੀਤੇ ਬਾਦਲ ਦੇ ਰਾਜ ਵੀ ਉਹ ਅੱਜ ਢੱਕ ਰਿਹਾ, ਪਰ ਇਹ ਸੂਰਜ ਤੇ ਚਾਦਰ ਪਾਇਆ ਰੋਸ਼ਨੀ ਢੱਕੇ ਨਹੀਂ ਜਾਣੀ। ਇਹ ਜਿਹੜੇ ਇਹਦੇ ਗੁਨਾਹ ਨੇ ਉਹ ਨੰਗੇ ਹੋ ਚੁੱਕੇ ਨੇ ਤੇ ਇਹ ਸਿੱਖ ਕੌਮ ਜਾਣ ਚੁੱਕੀ ਆ। ਪ੍ਰਕਾਸ਼ ਸਿੰਘ ਬਾਦਲ ਨੂੰ ਇਹਨਾਂ ਦੇ ਗੁਨਾਹਾਂ ਦਾ ਹਿਸਾਬ ਕਿਤਾਬ ਦੇਣਾ ਪਊਗਾ, ਇਹਨਾਂ ਪੁਲਿਸ ਅਫਸਰਾਂ ਨੂੰ ਵੀ ਦੇਣਾ ਪਊਗਾ। ਤੁਸੀਂ ਕਿਹਾ ਕਿ ਜਿਹੜੇ ਮੁਕਾਬਲੇ ਦੇ ਵਿੱਚ ਮਰ ਜਾਣਾ ਹੈਗਾ ਕੋਈ ਵੱਡੀ ਗੱਲ ਨਹੀਂ ਹੈਗੀ, ਲੇਕਿਨ ਝੂਠੇ ਮੁਕਾਬਲੇ ਹੋਏ। ਤੇ ਜਿਹਦੇ ਅਕਾਲੀ ਸਰਕਾਰ ਨੇ ਕਿਹਾ ਸੀ ਕਿ ਕਮਿਸ਼ਨ ਵਿੱਚ ਜਿਹੜੇ ਭਾਈ ਕੌਂਕੇ ਸੀ ਉਹਨਾਂ ਦੀ ਵੀ ਇੱਕ ਜਾਂਚ ਬਣਾਈ ਸੀ, ਉਹ ਵੀ ਕੋਈ ਰਿਪੋਰਟ ਨਹੀਂ ਆਈ ਹੈਗੀ। ਉਹ ਵੀ ਰਿਪੋਰਟਾਂ ਸਾਰੀਆਂ ਆਈਆਂ ਨੇ, ਉਹ ਬਾਦਲ ਦੇ ਢਿੱਡ 'ਚ ਸੜ ਗਈਆਂ ਪਈਆਂ।
ਇੱਕ 86 ਦੇ ਵਿੱਚ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਤੇ ਉੱਥੇ ਇਸੇ ਤਰ੍ਹਾਂ ਬਰਗਾੜੀ ਦੀ ਤਰ੍ਹਾਂ ਲੋਕਾਂ ਨੇ ਧਰਨਾ ਲਾਇਆ ਸੀ, ਤੇ ਉਹ ਧਰਨੇ ਦੇ ਵਿੱਚ ਜਿਹੜੇ ਬੱਚੇ ਬੈਠੇ ਸੀ ਉਹਨਾਂ ਨੂੰ 4 ਬੱਚਿਆਂ ਨੂੰ ਅਜ਼ਹਾਰ ਆਲਮ ਨੇ ਐਜ ਐਸਐਸਪੀ ਆਪ ਮਾਰਿਆ ਸੀ, ਤੇ ਇੱਕ ਬੱਚੇ ਦੇ ਮੂੰਹ 'ਚ ਗੋਲੀ ਰੱਖ ਕੇ ਚਲਾਈ ਸੀ। ਉਹਦਾ ਕਮਿਸ਼ਨ ਬਣਿਆ, ਉਹ 'ਚ ਦਰਬਾਰਾ ਸਿੰਘ ਗੁਰੂ ਡੀਸੀ ਹੋਣ ਕਰਕੇ ਤੇ ਇਹਨਾਂ ਦਾ ਇਹ ਕਮਿਸ਼ਨ ਬਣਿਆ ਦੀ ਇਨਕੁਆਇਰੀ ਲਈ। ਉਹ ਕਮਿਸ਼ਨ ਅੱਜ ਕਿੱਥੇ ਹੈ? ਦਫਨ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਲੱਭਣ ਨਹੀਂ ਦਿੱਤਾ ਉਹ ਬਸਤਾ ਕਿੱਥੇ ਗਿਆ, ਬਲਕਿ ਉਸੇ ਅਜ਼ਹਾਰ ਆਲਮ ਨੂੰ ਕਿੰਨਾ ਵੱਡਾ ਰੁਤਬਾ ਦਿੱਤਾ, ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ। ਤੋ ਇੱਕ ਉਹਦੀ ਵਾਈਫ ਨੂੰ ਮਿਨਿਸਟਰੀ ਚ ਲਿਆ ਐਮਐਲਏ ਬਣਾ ਕੇ, ਇੱਕ ਉਹਨੂੰ ਇੱਕ ਜਿਹੜਾ ਬੋਰਡ ਆ ਉਹਦਾ ਚੇਅਰਮੈਨ ਲਾਇਆ। ਤੋ ਇਹ ਅੱਜ ਵੀ ਬਰਗਾੜੀ ਦੇ ਜਿੰਨੇ ਪੁਲਿਸ ਅਫਸਰ ਗੁਨਾਹਗਾਰ ਨੇ, ਜਿਨ੍ਹਾਂ ਦਾ ਬੱਚਿਆਂ ਦੇ ਖੂਨ ਨਾਲ ਰੰਗੇ ਪਏ ਨੇ, ਉਹਨਾਂ ਨੂੰ ਕਿਸ ਤਰ੍ਹਾਂ ਸਨਮਾਨ ਦਵਾ ਰਿਹਾ ਉਹ ਆਪਣੀ ਪ੍ਰਬੰਧਕ ਕਮੇਟੀ ਚੋਂ। ਇਹ ਸਾਰੀ ਨੂੰ ਤੁਸੀਂ ਕੜੀ ਨਾਲ ਕੜੀ ਜੋੜ ਕੇ ਦੇਖੋ ਤੇ ਪ੍ਰਕਾਸ਼ ਸਿੰਘ ਬਾਦਲ ਇਹਦਾ ਸ਼ਰਮਦਾਤਾ ਬਣ ਕੇ ਨਿਕਲਦਾ। ਹੋਰ ਗੱਲ ਹੈ ਕਿ ਜਿਹੜੇ ਸਤਨਾਮ ਸਿੰਘ ਕਲੇਰ ਲੋਕਾਂ ਨੇ ਬਹੁਤ ਵਿਰੋਧ ਕੀਤਾ, ਉਹਨਾਂ ਨੂੰ ਮਾਫੀ ਮੰਗਣੀ ਪਈ, ਉਹ ਅਕਾਲੀ ਦਲ ਦੇ ਨਾਲ ਜੁੜੇ ਨੇ। ਪਰ ਨਾਲ ਦੇ ਨਾਲ ਜਿਹੜਾ ਹੁਣ ਦੁਬਾਰਾ ਵਕੀਲ ਪੇਸ਼ ਹੋਏ ਨੇ ਏਪੀਐਸ ਦਿਓਲ ਨੇ, ਲੋਕ ਸੋਸ਼ਲ ਮੀਡੀਆ ਤੇ ਉਹ ਵੀ ਗੱਲਾਂ ਕਰ ਰਹੇ ਨੇ ਕਿ ਏਪੀਐਸ ਦਿਓਲ ਉਹੀ ਐਡਵੋਕੇਟ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਲੁਧਿਆਣਾ ਸਿਟੀ ਸਕੈਮ 'ਚ ਪੈਰਵਾਈ ਕੀਤੀ ਹਾਜ਼ਰ ਹੋਏ ਨੇ। ਮੈਂ ਪਹਿਲਾਂ ਬੇਨਤੀ ਕੀਤੀ ਕਿ ਵਕੀਲ ਦਾ ਪੇਸ਼ਾ ਹੈ, ਉਹ ਕਿਸੇ ਦਾ ਵੀ ਕੇਸ ਲੜ ਸਕਦਾ। ਮੇਰੇ ਖਿਲਾਫ ਵੀ ਲੋਕਾਂ ਨੇ ਕੇਸ ਲੜੇ ਨੇ, ਤੋ ਮੈਨੂੰ ਵੀ ਕੁਝ ਵਕੀਲਾਂ ਨੇ ਆਫਰ ਕੀਤੀ ਕਿ ਅਸੀਂ ਤੁਹਾਡਾ ਕੇਸ ਫ੍ਰੀ ਲੜਨ ਨੂੰ ਤਿਆਰ ਹਾਂ, ਕਿ ਤੁਸੀਂ ਸਾਨੂੰ ਅਪਣਾਓ। ਪਰ ਮੈਂ ਇਹ ਦੇਖਿਆ ਸੀ ਕਿ ਪੰਜਾਬ ਦੇ ਵਿੱਚ ਸਿੱਖ ਬੱਚਿਆਂ ਦੇ ਖਿਲਾਫ ਕੇਸ ਲੜਦੇ ਪਏ ਨੇ, ਤੇ ਮੈਂ ਇਹਨਾਂ ਦਾ ਆਸਰਾ ਨਹੀਂ ਲੈਣਾ, ਉਹ ਮੇਰੀ ਮਰਜ਼ੀ ਸੀ। ਬਟ ਵਕੀਲ ਨੂੰ ਜਿਹੜਾ ਉਹ ਜੇ ਤੇ ਵਕੀਲ ਫ੍ਰੀ ਹੋਵੇ, ਵਕਾਲਤ ਨਾਲ ਹੀ ਉਹਦਾ ਸੰਬੰਧ ਹੋਵੇ, ਤੇ ਫਿਰ ਉਹ ਕਿਸੇ ਦਾ ਵੀ ਕੇਸ ਲੈ ਸਕਦਾ, ਸਾਨੂੰ ਕੋਈ ਇਤਰਾਜ਼ ਨਹੀਂ। ਇਹਦਾ ਕੋਈ ਤੇ ਵਕੀਲ ਬਣੂਗਾ ਤੇ ਜਿਹੜਾ ਵੀ ਬਣੇ ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਨਹੀਂ ਹੋਣਾ ਚਾਹੀਦਾ। ਇਹ ਮੁੱਖ ਦੀ ਗੱਲ। ਜੇ ਆਇਆ ਤੇ ਕਿਉਂ ਆਇਆ ਤੇ ਕਿਹਦੀ? ਅਸੀਂ ਇਹ ਨਹੀਂ ਕਹਦੇ ਕਲੇਰ ਜਿਹੜਾ ਉਹ ਬਹੁਤ ਵੱਡਾ ਦੋਸ਼ੀ, ਅਸੀਂ ਇਹ ਕਹਿ ਰਹੇ ਕਲੇਰ ਨੂੰ ਹੁਕਮ ਦੇਣ ਵਾਲਾ ਦੋਸ਼ੀ ਹੈ। ਤੁਸੀਂ ਦੇਖੋ, ਜਦੋਂ ਇੱਕ ਅਫਸਰ ਨੂੰ ਸਰੋਪਾ ਮਿਲਦਾ, ਉਹ ਦਾਣੇ ਲੈ ਕੇ ਜਾਂਦਾ, ਉਹਨੂੰ ਸਰੋਪਾ ਮਿਲਦਾ, ਉਹ ਲਈ ਅਰੇਂਜ ਹੁੰਦਾ। ਇੱਕ ਪ੍ਰਬੰਧਕ ਕਮੇਟੀ ਦਾ ਮੈਂਬਰ ਹੁਕਮ ਦਿੰਦਾ ਮੈਨੇਜਰ ਨੂੰ ਕਿ ਤੂੰ ਤਿਆਰੀ ਕਰ, ਮੈਂ ਆਇਆ। ਉਹਦੀ ਰਿਕਾਰਡਿੰਗ ਆ, ਉਹ ਨਹੀਂ ਦੇ ਰਿਹਾ ਅੱਜ ਇਸ ਕਰਕੇ ਕਿ ਉਹਨੇ ਬਲੈਕਮੇਲ ਕਰਨਾ ਉਹਨਾਂ ਨੂੰ ਆਪਣੀ ਨੌਕਰੀ ਬਚਾਉਣ ਲਈ। ਬਟ ਇਹ ਕਿਤੋਂ ਹੁਕਮ ਆਇਆ? ਉਹ ਕਿੱਥੋਂ ਹੁਕਮ ਆਇਆ? ਉਹਨਾਂ ਨੂੰ ਨੰਗਾ ਕਰੋ। ਮੈਂ ਇਹੀ ਮੈਂ ਕਿਹਾ ਸੀ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿ ਆਪ ਪ੍ਰੈਸ ਦੇ ਵਿੱਚ ਰੂਬਰੂ ਹੋ ਕੇ ਮੇਰੇ ਨਾਲ ਗੱਲ ਕਰ, ਮੈਨੂੰ ਉਹ ਦੱਸ ਕਿ ਉਹ ਕਿਹੜੀ ਤਾਕਤ ਆ ਜਿਹੜੀ ਬਾਰ-ਬਾਰ ਇੱਕ ਬੰਦੇ ਨੂੰ ਸਸਪੈਂਡ ਹੋਣ ਤੋਂ ਬਾਵਜੂਦ ਵੀ ਹੋਰ ਤਰੱਕੀ ਦੇ ਕੇ ਇਸ ਰੁਤਬੇ ਤੇ ਲੈ ਆਉਂਦੀ ਆ। ਅੱਜ ਫੇਰ ਉਸ ਨੂੰ ਤੁਸੀਂ ਸੇਮ ਸਟੇਟਸ ਦੇ ਕੇ ਉਹਦੀ ਬਦਲੀ ਕਰ ਰਹੇ ਹੋ। ਜਿਹੜੇ ਕਿ ਕਲੀਅਰ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਨੇ, ਪਰ ਹੁਣ ਲੋਕ ਕਹਿ ਰਹੇ ਹੈਗੇ ਨੇ ਕਿ ਜਦ ਬਾਦਲ ਦੇ ਕੋਈ ਇਸ਼ੂ ਹੁੰਦਾ ਤੇ ਲੋਕ ਬਾਦਲ ਪਰਿਵਾਰ ਨੂੰ ਟਾਰਗੇਟ ਕਰਦੇ ਨੇ। ਜਿਹੜਾ ਏਪੀਐਸ ਦਿਓਲ ਨੇ ਕੈਪਟਨ ਅਮਰਿੰਦਰ ਸਿੰਘ ਦਾ ਕੇਸ ਲੜਦਾ, ਹੁਣ ਸਰਕਾਰ ਦੇ ਪੈਨਲ ਤੇ ਨੇ, ਫਿਰ ਤੇ ਇਹਨਾਂ ਨੂੰ ਆਪਣਾ ਫਰਜ਼ ਨੈਤਿਕਤਾ ਦਿਖਾਉਣੀ ਚਾਹੀਦੀ ਸੀ। ਦੇਖੋ ਇਹ ਕਹਿ ਲੋਕ ਕਹਿੰਦੇ ਜਦ ਬਾਦਲ ਪਰਿਵਾਰ ਕੁਝ ਕਰੇ ਤੇ ਲੋਕ ਉਂਗਲਾਂ ਕਰਦੇ ਨੇ, ਹੋਰ ਕੋਈ ਪਰਿਵਾਰ ਕਰੇ ਤੇ ਚੁੱਪ ਕਰ ਜਾਂਦੇ। ਬਾਦਲ ਪਰਿਵਾਰ ਦੇ ਮੂੰਹ 'ਚ ਅੱਜ ਘੁੰਗਣੀਆਂ ਕਿਉਂ ਪਈਆਂ? ਉਹ ਬੋਲਦਾ ਕਿਉਂ ਨਹੀਂ ਪਿਆ? ਬਾਦਲ ਪਰਿਵਾਰ ਨੇ ਪੰਥ ਦਾ ਖਾਧਾ, ਬਾਦਲ ਪਰਿਵਾਰ ਨੇ ਪੰਥ ਤੋਂ ਤਾਕਤ ਲੈ ਕੇ ਟੱਬਰ ਪਾਲਿਆ। ਕਿਸੇ ਕਾਂਗਰਸੀ ਤੇ ਅਸੀਂ ਇਹ ਰੋਪ ਨਹੀਂ ਲਾ ਸਕਦੇ। ਕਾਂਗਰਸੀ ਸਾਡੇ ਦੁਸ਼ਮਣ ਨੇ, ਤੁਸੀਂ ਉਹਨੂੰ ਦੁਸ਼ਮਣ ਦੱਸ ਕੇ ਵੋਟਾਂ ਬਟੋਰਦੇ ਰਹੇ ਹੋ। ਅਸੀਂ ਉੱਤੇ ਅੱਜ ਕਾਂਗਰਸੀ ਸਾਡੀ ਕਿ ਸਿੱਖ ਸੰਸਥਾ ਦਾ ਮੁਖੀ ਨਹੀਂ ਹੋ ਕੇ ਬੈਠਾ। ਤੋ ਅਸੀਂ ਇਸ ਕਰਕੇ ਕਹਿ ਰਹੇ ਹਾਂ ਬਾਦਲ ਨੇ ਨੀਲਾ ਬੁਰਕਾ ਪਾ ਕੇ ਅਕਾਲੀ ਦਲ, ਅਕਾਲ ਤਖਤ, ਪ੍ਰਬੰਧਕ ਕਮੇਟੀ ਤੇ ਅੱਜ ਵੀ ਕਬਜ਼ਾ ਕੀਤਾ, ਸਰਕਾਰ ਚਲਾਉਂਦਾ ਰਿਹਾ, ਸੈਂਟਰ 'ਚ MP ਭੇਜਦਾ ਰਿਹਾ, ਨੋ ਇਹਦੀ ਅੱਜ ਮਿਨਿਸਟਰ ਆ। ਤੇ ਉਹ ਤਾਕਤ ਕਿਹਨੇ ਦਿੱਤੀ? ਉਹ ਸਿੱਖ ਪੰਥ ਨੇ ਦਿੱਤੀ, ਗੁਰੂ ਸਾਹਿਬ ਦੇ ਗ੍ਰੰਥ ਨੇ ਦਿੱਤੀ। ਗ੍ਰੰਥ ਤੇ ਪੰਥ ਦਾ ਇਹਨੇ ਨਾਸ ਮਾਰਿਆ। ਉਹ ਇਸ ਕਰਕੇ ਸਾਡਾ ਬਾਦਲ ਤੇ ਗਿਲਾ ਹੈ। ਅੱਜ ਵੀ ਬਾਦਲ 2 ਦਿਨ ਹੋ ਚੁੱਕੇ ਨੇ, ਉਹਦੇ ਮੂੰਹ 'ਚ ਘੁੰਗਣੀਆਂ ਪਈਆਂ, ਕਿਉਂ ਨਹੀਂ ਬੋਲਦਾ? ਉਹਨੇ ਕਿਉਂ ਨਹੀਂ ਸਸਪੈਂਡ ਕੀਤਾ ਉਹਨੂੰ ਇਲੈਕਸ਼ਨ ਕਮਿਸ਼ਨ ਨੂੰ, ਜੇ ਉਹਦਾ ਕੋਈ ਰੋਲ ਨਹੀਂ ਤੇ ਜੋ ਆਪਣੀ ਮਰਜ਼ੀ ਨਾਲ ਆਇਆ ਤੇ। ਤੋ ਇਹ ਗੱਲਾਂ ਜਿਹੜੀਆਂ ਨਾ ਲੋਕਾਂ ਦੀਆਂ ਗੱਲਾਂ ਜਿਹੜੀਆਂ ਲੋਕ ਉਹਦੇ ਜਿਨ੍ਹਾਂ ਨੇ ਉਹਦਾ ਖਾਧਾ ਹਰਾਮ ਖਾਧਾ, ਉਹ ਗੱਲਾਂ ਕਰ ਸਕਦੇ ਨੇ, ਆਮ ਸਿੱਖ ਨਹੀਂ ਕਰ ਸਕਦਾ। ਭਾਈ ਸਾਹਿਬ, ਇੱਕ ਬਹੁਤ ਅਕਾਲੀ ਔਰ ਕਾਂਗਰਸੀ ਜਿਹੜੇ ਸਿਆਸਤ ਕਰ ਰਹੇ ਨੇ, ਜਿਹੜੇ ਹਜੂਰ ਸਾਹਿਬ ਤੋਂ ਸਾਧ ਸੰਗਤ ਦੇ ਨਤਮਸਤਕ ਹੋ ਕੇ ਆਈ ਆ, ਉਹ ਵਿਚਾਰੇ ਪੋਜ਼ਿਟਿਵ ਹੋ ਗਏ ਨੇ, ਉਮੀਦ ਕਿ ਉਹ ਠੀਕ ਵੀ ਹੋ ਜਾਣਗੇ। ਉਸ ਮਸਲੇ ਤੇ ਸਿਆਸਤ ਬਹੁਤ ਹੋ ਰਹੀ ਹੈ ਜੀ। ਦੇਖੋ, ਇਹ ਸਿਆਸਤ ਨਹੀਂ ਹੋਣੀ ਚਾਹੀਦੀ। ਜੇ ਮੈਂ ਇਹ ਮਹਿਸੂਸ ਕਰਦਾ ਕਿ ਇਹ ਜਿਹੜਾ ਉਹਨਾਂ ਨੂੰ ਲੈ ਕੇ ਆਏ ਨੇ, ਉਹ ਜੇ ਕੋਈ ਤਰੀਕਾ ਅਪਣਾ ਲਿਆ ਜਾਂਦਾ, ਤੇ ਦੇਖੋ ਉਹਦੇ 'ਚ ਕੋਈ ਲੇਬਰ ਆਈ ਆ ਜਾਂ ਕੋਈ ਹੋਰ ਲੋਕ ਪੰਜਾਬ ਦੇ ਆਏ ਨੇ, ਸਾਡੇ ਪੰਜਾਬੀ ਭਰਾ ਨੇ, ਉਹ
ਉਹਨਾਂ ਨੇ ਆਉਣਾ ਸੀ, ਉਹਨਾਂ ਨੂੰ ਲਿਆਉਣਾ ਸੀ, ਸਾਡੀ ਜ਼ਿੰਮੇਵਾਰੀ ਲਿਆਉਣਾ ਉਹਨਾਂ ਨੂੰ। ਜੇ ਉਹ ਆ ਗਏ ਨੇ ਤੇ ਬਿਮਾਰ ਹੁੰਦੇ ਤਾਂ ਵੀ ਅਸੀਂ ਲਿਆਉਣਾ, ਸਾਡੀ ਜ਼ਿੰਮੇਵਾਰੀ ਬਣਦੀ ਹੈ। ਤੇ ਉਹਨਾਂ ਦਾ ਇਲਾਜ ਕਰਾਓ, ਉਹਨਾਂ ਦੀ ਦੇਖ ਰੇਖ ਕਰੋ, ਬਜਾਏ ਟੌਂਟ ਕੱਸੋ, ਹਜੂਰ ਸਾਹਿਬ ਨੂੰ ਨਿੰਦੋ, ਯਾਤਰੂ ਨੂੰ ਨਿੰਦਰੋ। ਇਹ ਇੱਥੇ ਇੱਕ ਹੁੱਕਾ ਪਾਰਟੀਆਂ ਚੱਲਦੀ ਰਹੀ ਤੇ ਉਹਦੇ 'ਚ 15-16 ਇੱਕ ਥਾਂ ਤੇ ਨਿਕਲ ਆਏ, ਉਹਨਾਂ ਦਾ ਨਾਂ ਨਹੀਂ ਲਿਆ ਕਿ ਸ਼ਿਵ ਸੈਨਾ ਨਾਲ ਸੰਬੰਧਿਤ ਨੇ। ਤੋ ਇਹ ਧਰਮ ਨੂੰ ਵਿੱਚ ਰਲਗੱਡ ਕਰਕੇ ਤੇ ਬਦਨਾਮੀ ਕਰਨੀ ਮਾੜੀ ਗੱਲ ਆ। ਜਿਹੜੇ ਮੁਸਾਫਰ ਫਸੇ ਸੀਗੇ ਉਹਨਾਂ ਦੇ ਨਾਲ ਕੋਈ ਹੋਰ ਲੋਕ ਵੀ ਆ ਗਏ ਨੇ ਤੇ ਕੋਈ ਐਡਾ ਪਹਾੜ ਨਹੀਂ ਡਿੱਗਾ। ਉਹਨਾਂ ਨੂੰ ਬੜੀ ਇਮਾਨਦਾਰੀ ਨਾਲ ਉਹਨਾਂ ਦਾ ਇਲਾਜ ਕਰੋ, ਉਹਨਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਇਲਾਜ ਦਿਓ ਤੇ ਬਜਾਏ ਨਿੰਦਣ ਦੀ। ਜਾਂ ਕੋਈ ਇੱਥੇ ਹੁਣ ਜਿਨ੍ਹਾਂ ਨੂੰ ਇੱਥੇ ਪੰਜਾਬ 'ਚ ਰਹਿੰਦਿਆਂ ਕੋਰੋਨਾ ਜੋ ਬਿਮਾਰੀ ਹੋ ਗਈ, ਉਹ ਹੁਣ ਕੀ ਕਹਿਣਗੇ? ਤੋ ਆਲ ਵਰਲਡ ਦੇ ਵਿੱਚ ਇਹ ਬਿਮਾਰੀ ਫੈਲੀ ਆ। ਤੇ ਜੇ ਸਾਡੇ ਪੰਜਾਬੀ ਭਰਾ ਕੋ ਬਾਹਰ ਲੇਬਰ ਕਰਨ ਗਏ ਨੇ ਜਾਂ ਹਜੂਰ ਸਾਹਿਬ ਮੱਥਾ ਟੇਕਣ ਗਏ ਨੇ ਤਾਂ ਉਹਨਾਂ ਨੇ ਆਫਟਰ ਆਲ ਪੰਜਾਬ 'ਚ ਆਉਣਾ। ਤੇ ਚੰਗਾ ਹੁੰਦਾ ਇਹ ਟ੍ਰੇਨ ਦੇ ਵਿੱਚ ਆਉਂਦੇ, ਖੁੱਲੀ ਹਵਾ 'ਚ ਆਉਂਦੇ, ਏਸੀ ਬੱਸਾਂ ਨਾ ਹੁੰਦੀਆਂ ਤੇ ਇਹ ਜਿਹੜੇ ਵਿੱਚ ਜਿਹੜੀ ਆਉਂਦਿਆਂ ਉਹਨਾਂ ਨੂੰ ਬਿਮਾਰੀ ਲੱਗੀ ਕੁਛ। ਕਿਉਂਕਿ 17 ਕੁ ਬੱਸਾਂ ਪਹਿਲਾਂ ਜਿਹੜੀਆਂ ਚੱਲੀਆਂ ਨੇ ਉਹਨਾਂ ਦੇ ਵਿੱਚ ਨਿਰੋਲ ਯਾਤਰੂ ਸੀ, ਉਹਨਾਂ ਯਾਤਰੂਆਂ ਦੇ ਵਿੱਚ ਇੱਕ ਵੀ ਪੋਜ਼ਿਟਿਵ ਨਹੀਂ ਆਇਆ। ਤੇ ਇਸ ਕਰਕੇ ਇਹ ਕਲੀਅਰ ਹੈ ਕਿ ਜਿਹੜੇ ਲੋਕ ਹੋਰ ਵਿੱਚ ਸ਼ਾਮਲ ਹੋਏ, ਕੋਈ ਕਿਤੋਂ ਚੜਿਆ ਕੋਈ ਕਿਤੋਂ ਚੜਿਆ, ਉਹਨਾਂ ਦੇ ਵਿੱਚ ਸੀਗੇ ਲੋਕ। ਤੇ ਏਸੀ ਬੱਸਾਂ ਦੇ ਵਿੱਚ ਬਹਿਣ ਕਰਕੇ ਬਿਮਾਰੀ ਜਿਹੜੀ ਹੋਰਨਾਂ ਨੂੰ ਵੀ ਉਹ ਲੱਗੀ ਆ। ਤੇ ਉਹਦੇ ਵਿੱਚ ਇਹ ਗਲਤੀ ਹੋਈ ਆ, ਬਹੁਤ ਵੱਡੀ ਗਲਤੀ ਹੋਈ ਆ। ਲੇਕਿਨ ਆਪਾਂ ਹੁਣ ਇਹ ਗਲਤੀ ਨੂੰ ਪਿੱਟੀ ਜਾਈਏ ਤੇ ਹਜੂਰ ਸਾਹਿਬ ਨੂੰ ਬਦਨਾਮ ਕਰੀਏ, ਯਾਤਰੂ ਨੂੰ ਬਦਨਾਮ ਕਰੀਏ, ਇਹ ਮਾੜੀਆਂ ਗੱਲਾਂ ਨੇ। ਇਹਨਾਂ ਦਾ ਇਲਾਜ ਹੋਣਾ ਚਾਹੀਦਾ, ਇਹਨਾਂ ਦੀ ਦੇਖ ਰੇਖ ਹੋਣੀ ਚਾਹੀਦੀ। ਮਹਾਂਮਾਰੀ ਫੈਲੀ ਸੀ ਕਰੋਨਾ, ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਆਉਂਦਾ ਹੈ ਕਿ ਗੁਰੂ ਦੀ ਗੋਲਕ ਗਰੀਬ ਵਾਲਾ ਨੇ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜੀ। ਤਾਂ ਲੱਗਦਾ ਕਿ ਗੁਰਦੁਆਰਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਔਖੀ ਘੜੀ ਦੇ ਵਿੱਚ ਫਰਜ਼ ਨਿਭਾਇਆ ਹੈਗਾ ਜੀ। ਇਹ ਫਰਜ਼ ਕੀ ਨਿਭਾਉਣਾ ਜੀ? ਇਹਨਾਂ ਤੇ ਆਪਣੇ ਭਾਂਡੇ ਮੁੱਦੇ ਮਾਰ ਕੇ ਤੇ ਤਾਲੇ ਲਾਏ ਹੋਏ ਨੇ ਲੰਗਰਾਂ ਨੂੰ। ਤੇ ਮੈਂ ਤੇ ਇਹ ਜਥੇਦਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਤੇਰੇ ਪੱਲੇ ਕੁਛ ਹੈਗਾ, ਜੇ ਤੇਰੀ ਅਪੀਲ ਕਿਤੇ ਹੈਗੀ ਆ, ਦਲੀਲ ਕਿਤੇ ਹੈਗੀ ਆ, ਤੇ ਗੁਰਦੁਆਰੇ ਦੇ ਵਿੱਚ ਪ੍ਰਬੰਧਕ ਜਿਹੜੇ ਨੇ, ਜਿਹੜੇ ਗੁਰਦੁਆਰੇ ਦੇ ਵਿੱਚ ਮੁਲਾਜ਼ਮ ਜਿਹੜੇ ਨੇ, ਗਰੀਬ ਲੋਕ ਨੇ, ਗਰੀਬ ਗ੍ਰੰਥੀ ਨੇ, ਗਰੀਬ ਪਾਠੀ ਨੇ, ਭਾਵੇਂ ਉਹ ਸਿੰਘ ਸਭਾ ਦਾ ਗੁਰਦੁਆਰਾ, ਭਾਵੇਂ ਉਹ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਅੰਡਰ ਆ, ਉਹਨਾਂ ਨੂੰ ਧੱਕਾ ਨਾ ਦਿਓ, ਉਹਨਾਂ ਦੀ ਬਾਂਹ ਫੜੋ। ਅੱਜ ਜੇ ਕੁਝ ਕਰ ਸਕਦੇ ਹੋ ਤਾਂ ਤੁਸੀਂ ਆਪਣੇ ਮੁਲਾਜ਼ਮ ਨੂੰ ਹੀ ਸੰਭਾਲ ਲਓ। ਮੈਂ ਸਮਝਦਾ ਬੜਾ ਵੱਡਾ ਪਰਉਪਕਾਰ ਹੋਊਗਾ। ਉਹ ਵਿਚਾਰੇ ਰੋਲ ਰਹੇ ਨੇ, ਉਹ ਦੁਖੀ ਨੇ। ਛੋਟੇ ਛੋਟੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਸੇਵਾਦਾਰ ਨੇ, ਗ੍ਰੰਥੀ ਨੇ, ਉਹ ਅੱਜ ਉਹ ਲੋੜਵੰਦ ਨੇ, ਉਹਨਾਂ ਨੂੰ ਦੇਣਾ ਚਾਹੀਦਾ। ਮੈਂ ਤੁਹਾਡੇ ਥਰੂ ਵੀ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਗੁਰਦੁਆਰਿਆਂ ਦੇ ਵਿੱਚ ਮੁਲਾਜ਼ਮ ਨੇ ਜਾਂ ਛੋਟੇ ਗ੍ਰੰਥੀ ਨੇ, ਪਾਠੀ ਨੇ, ਉਹ ਅੱਜ ਤੰਗ ਨੇ, ਉਹ ਪਰੇਸ਼ਾਨ ਨੇ, ਉਹਨਾਂ ਤੋਂ ਅਸੀਂ ਮੂੰਹ ਮੋੜ ਰਹੇ ਹਾਂ, ਸਾਡੀਆਂ ਪ੍ਰਬੰਧਕ ਕਮੇਟੀਆਂ ਮੂੰਹ ਮੋੜ ਰਹੀਆਂ। ਉਹਨਾਂ ਦਾ ਸਾਥ ਦਿਓ, ਉਹਨਾਂ ਦੇ ਘਰ, ਉਹਨਾਂ ਨੂੰ ਤੁਹਾਡੇ ਮਹੱਲੇ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਘਰਾਂ 'ਚ ਰਾਸ਼ਨ ਪਹੁੰਚਾਓ, ਦਵਾਈ ਨਹੀਂ ਦਵਾਈ ਦਿਓ, ਕੋਈ ਕੱਪੜਾ ਨਹੀਂ ਕੱਪੜਾ ਦਿਓ। ਜਿਹੜੀ ਚੀਜ਼ ਦੀ ਵੀ ਜ਼ਰੂਰਤ ਹੈ, ਜ਼ਰੂਰਤ ਅਨੁਸਾਰ ਉਹਨਾਂ ਦੀ ਹੈਲਪ ਕਰੋ। ਇਹ ਪ੍ਰਬੰਧਕ ਕਮੇਟੀ ਉਹਨਾਂ ਨੂੰ ਵਸਾਰ ਰਹੀ ਆ, ਉਹਨਾਂ ਦੀਆਂ ਤਨਖਾਹਾਂ ਕੱਟ ਰਹੀ ਆ, ਉਹਨਾਂ ਨੂੰ ਨੌਕਰੀਆਂ ਤੋਂ ਕੱਢ ਰਹੀ ਆ। ਇਹ ਨਹੀਂ ਹੋਣਾ ਚਾਹੀਦਾ। ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਕਿ ਸਰਕਾਰਾਂ ਨੂੰ ਗੁਰਦੁਆਰੇ ਮੰਦਿਰ ਜੋ ਵੀ ਹੈ ਇਹ ਖੋਲ੍ਹ ਦੇਣੇ ਚਾਹੀਦੇ ਹੈਗੇ ਨੇ ਜੀ। ਦੇਖੋ ਜੀ, ਇਹ ਜੇ ਖੋਲ੍ਹ ਦੇਣੇ ਚਾਹੀਦੇ, ਸਰਕਾਰ ਕੌਣ ਹੁੰਦੀ ਰੋਕਣ ਵਾਲੀ? ਤਾਂ ਸਾਡੇ ਤੇ ਸਾਹਮਣੇ ਬੜੇ ਮਾੜੇ ਮਾੜੇ ਆਏ ਨੇ। ਬਲੂ ਸਟਾਰ ਵੀ ਆਇਆ, 4-4 ਮਹੀਨੇ ਲੋਕ ਲੱਗੇ ਰਹੇ ਨੇ, ਗੋਲਕਾਂ ਚੁੱਕ ਕੇ ਲੈ ਗਏ। ਕਦੀ ਇੰਨਾ ਠੂਠਾ ਫੜ ਕੇ ਕਿਸੇ ਅਕਾਲੀ ਲੀਡਰ ਨੇ ਨਹੀਂ ਮੰਗਿਆ। ਅਸੀਂ 4-4 ਮਹੀਨੇ ਬਲੂ ਸਟਾਰ ਦੇ ਵਿੱਚ ਜਦੋਂ ਕਰਫਿਊ ਲੱਗੇ ਸੀ, ਜਦੋਂ ਗੋਲਕਾਂ ਚੁੱਕ ਕੇ ਪੁਲਿਸ ਲੈ ਗਈ, ਮਿਲਟਰੀ ਲੈ ਗਈ, ਉਦੋਂ ਵੀ ਤਨਖਾਹਾਂ ਵੀ ਮਿਲੀਆਂ, ਲੋਕਾਂ ਨੇ ਆਪਣੇ ਸ਼ਰਧਾ ਵੀ ਪੂਰੀ ਕੀਤੀ, ਪਰ ਦੁਹਾਈ ਨਹੀਂ ਕੀਤੀ, ਦੁਹਾਈ ਨਹੀਂ ਦਿੱਤੀ, ਕੋਈ ਰੋ ਪਿੱਟਿਆ ਨਹੀਂ। ਅੱਜ ਸਿੱਖਾਂ ਤੇ ਕੋਈ ਪ੍ਰੋਬਲਮ ਨਹੀਂ, ਸਿੱਖਾਂ ਤੇ ਕੋਈ ਪਰਲੋ ਨਹੀਂ ਆਈ। ਸਿੱਖਾਂ ਨੇ ਸਿਰਫ ਮੱਥਾ ਟੇਕਣਾ ਘੱਟ ਕੀਤਾ ਤੇ ਇਹ ਲੀਡਰਸ਼ਿਪ ਦੀ ਬਾਂਹ ਹੋ ਗਈ ਕਿ ਕਰੋੜਾਂ ਰੁਪਏ ਨਹੀਂ ਆ ਰਹੇ। ਕਿਉਂ ਨਹੀਂ ਆ ਰਹੇ? ਉਹ ਕਿੱਥੇ ਚਲੇ ਗਏ ਜਿਹੜੀ ਕਮਾਈ ਸੀ ਰੋਜ਼ ਦੀ? ਤੋ ਅਸਲ 'ਚ ਇਹਨਾਂ ਨੇ ਲੰਬਾ ਸਮਾਂ ਜਿਹੜਾ ਗੁਰਦੁਆਰੇ ਦੇ ਪੈਸੇ ਨੂੰ ਸੰਭਾਲਿਆ ਨਹੀਂ, ਉਜਾੜਦੇ ਰਹੇ, ਬਰਬਾਦ ਕਰਦੇ ਰਹੇ, ਖਰਚਦੇ ਰਹੇ, ਖਾਂਦੇ ਰਹੇ। ਹੁਣ ਜਦੋਂ ਅਚਾਨਕ ਇਹ ਪ੍ਰੋਬਲਮ ਆ ਗਈ ਤੇ ਹੁਣ ਗੁਰਦੁਆਰੇ ਦਾ ਪੈਸਾ ਬੰਦ ਹੋ ਗਿਆ ਤੇ ਇਹਨਾਂ ਦਾ ਦੁਆਲਾ ਨਿਕਲ ਗਿਆ। ਇਹ ਹੁਣ ਰੋਂਦੇ ਪਏ ਨੇ, ਪਿੱਟਦੇ ਪਏ ਨੇ। ਇਹ ਇਹਨਾਂ ਦੀ ਨਾਕਾਮੀ ਆ। ਇਹਨਾਂ ਨੇ ਜਿਹੜੀ ਗੁਰੂ ਘਰ ਨਾਲ ਜਿਹੜੀ ਗਦਾਰੀ ਕੀਤੀ ਆ, ਉਹ ਨੰਗੀ ਹੋਈ ਆ। ਇਹ ਗੁਰੂ ਘਰ 'ਚ ਨਾ ਕੋਈ ਕਮੀ ਆਈ ਹੈ, ਨਾ ਆਏਗੀ ਤੇ ਨਾ ਆ ਸਕਦੀ ਆ। ਪ੍ਰਬੰਧਕ ਕਮੇਟੀ ਨੇ ਦੇਖਣਾ ਹੈ ਕਿ ਇੱਥੇ ਸੰਗਤ ਆਵੇ ਤੇ ਉਹਨੂੰ ਕੀ ਸਹੂਲਤ ਦਿੱਤੀ ਜਾ ਸਕਦੀ ਆ ਤੇ ਉਹਦਾ ਐਲਾਨ ਕਰਨ। ਸਿੱਖ ਜਿਹੜੇ ਜਾਂਦੇ, ਅੱਜ ਵੀ ਮੱਥਾ ਟੇਕਣ ਜਾਂਦੇ ਨੇ, ਬਹੁਤ ਲੋਕ ਜਾਂਦੇ ਨੇ, ਤੇ ਉਹ ਕਿਸ ਤਰ੍ਹਾਂ ਜਾਂਦੇ ਨੇ? ਉੱਡ ਕੇ ਤਾਂ ਨਹੀਂ ਜਾਂਦੇ।
ਪਰ ਇਹ ਸਿੱਖ ਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਮੈਂ ਜਦੋਂ ਗੁਰਦੁਆਰੇ ਜਾਊਂਗਾ ਮੈਨੂੰ ਕੋਈ ਬਿਮਾਰੀ ਦਾ ਸ਼ਿਕਾਰ ਨਹੀਂ ਹੋਊਗਾ, ਮੈਨੂੰ ਕੋਈ ਮੇਰੀ ਬੇਇੱਜ਼ਤੀ ਨਹੀਂ ਹੋਊਗੀ। ਤੋ ਇਹ ਸਾਰੀਆਂ ਸਰਕਾਰ ਨਾਲ ਅੱਜ ਜੇ ਕੋਈ ਪ੍ਰੋਬਲਮ ਹੈ ਸਰਕਾਰ ਨਾਲ ਗੱਲ ਕਰ ਸਕਦੇ ਆ, ਅਮਰਿੰਦਰ ਸਿੰਘ ਨਾਲ ਗੱਲ ਕਰਨ ਵੀ ਸਾਡੀ ਇਹ ਪ੍ਰੋਬਲਮ ਸ਼ਰਧਾਲੂਆਂ ਦੀ ਇਹ ਪ੍ਰੋਬਲਮ ਹੈ, ਅਸੀਂ ਇਹ ਤੁਹਾਨੂੰ ਸਹੂਲਤ ਦਿਆਂਗੇ, ਇਹ ਤੁਹਾਡੇ ਨਾਲ ਸਹਿਯੋਗ ਕਰਾਂਗੇ, ਤੁਸੀਂ ਸਿੱਖਾਂ ਨੂੰ ਆਉਣ ਦਿਓ। ਚਲੋ ਬਹੁਤ ਮਿਹਰਬਾਨੀ ਭਾਈ ਸਾਹਿਬ। ਹਾਂ, ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਇਹਨਾਂ ਨੂੰ ਵਿਵਾਦਾਂ ਤੋਂ ਬਚਣਾ ਚਾਹੀਦਾਗਾ। ਸਤਨਾਮ ਸਿੰਘ ਕਲੇਰ ਜਿਨ੍ਹਾਂ ਨੇ ਸੁਮੇਧ ਸੈਣੀ ਦੇ ਕੇਸ ਦੀ ਪੈਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ, ਉਹਦੇ ਨਾਲ ਚਾਹੇ ਉਹਨਾਂ ਮਾਫੀ ਮੰਗ ਲਈ ਹੈ, ਲੇਕਿਨ ਇੱਕ ਵਾਰ ਫਿਰ ਚਾਹੇ ਉਹਨਾਂ ਮਾਫੀ ਮੰਗ ਲਈ ਆ, ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਵੀ ਸਵਾਲੀਆ ਨਿਸ਼ਾਨਾ 'ਚ ਆ ਚੁੱਕੇ ਨੇ, ਘੇਰੇ ਜਾ ਚੁੱਕੇ ਨੇ ਤੇ ਉਹ ਜਵਾਬ ਦੇਣਾ ਪਏਗਾ। ਪਰ ਪੰਥ ਨੇ ਜਿਹਨੇ ਹਮੇਸ਼ਾ ਸਰਬੱਤ ਦੇ ਭਲੇ ਦੀ ਮੰਗ ਕੀਤੀ ਹੈਗੀ ਆ, ਤੇ ਖਾਸ ਕਰਕੇ ਸਿੱਖਾਂ ਦੀ ਜਿਹੜੀ ਮਿੰਨੀ ਪਾਰਲੀਮੈਂਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨੂੰ ਅਜਿਹੇ ਵਿਵਾਦਾਂ ਤੋਂ ਬਚਣਾ ਚਾਹੀਦਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਬੀ ਨਿਊਜ਼, ਚੰਡੀਗੜ੍ਹ।